वाहिगुरु जी का खालसा वाहिगुरु जी की फतेह। गुरु प्यारे सत्संगियों, सिख मिशनरी कॉलेज वालों चलाई जा रही इस गुरमत क्लास विच आप सारिਆਂ ਨੂੰ ਜੀ ਆਇਆਂ। ਭਗਤ ਬਾਣੀ ਵਿੱਚੋਂ ਕੁਝ ਔਖੇ ਸ਼ਬਦ ਜਿਨ੍ਹਾਂ ਦੀ ਸਮਝਣ ਵਿੱਚ ਕੁਝ ਤਕਲੀਫ ਹੁੰਦੀ ਹੈ, ਉਹਨਾਂ ਦੀ ਵਿਚਾਰ ਅਸੀਂ ਸ਼ੁਰੂ ਕੀਤੀ ਹੋਈ ਹੈ। ਉਹਨਾਂ ਸ਼ਬਦਾਂ ਵਿੱਚੋਂ ਅੱਜ ਭਗਤ ਕਬੀਰ ਜੀ ਦਾ ਸ਼ਬਦ ਜੋ ਗੌੜੀ ਰਾਗ ਵਿੱਚ ਹੈ, श्री गुरु ग्रंथ साहब जी के पावन अंक 325 ते सुशोभित है। अवर मुँह क्या सो करीजै तो कीजै जो आपन जीजै। इस शब्द की विचार सरदार कुलवंत सिंह जी जम्मू वाले साडा साझी करनगे, तो मैं उन्होंने बेनती कर रहा हाँ, सरदार कुलवंत सिंह जी आप जी अज की शब्द की विचार शुरू करो। वीर कुलवंत सिंह जी जम्मू। वाहिगुरु जी का खालसा वाहिगुरु जी की एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। गौड़ी कबीर जी अवर मुए क्या सोग करीजै तो कीजै जो आपन जीजै। मैं न मरूं मरबो संसारा अब मोहे मिल्यो है जीवा जियावन हारा। मैं न मरूं मरबो संसारा अब मोहे मिल्यो है जियावन हारा। रहाओ क्या देही परमल महकंदा तां सुख बिसरे परमानंदा। उवटा एक पंच पनहारे टूटी लाज परै मत हारे। कहो कबीर एक बुद्ध बिचारे नाउ टूटा न पनहारे। कहो कबीर एक बुद्ध बिचारे नाउ कुवटा न पनहारे। परम सन्मानयोग ऑनलाइन क्लास विच गुरमत विचारां दी सांझ पाउण आए गुरमुख माई भाई सत्संगीओ वडभागे हाँ जो मौजूदा समय के अंदर अपने जीवन के कुछ पल गुरबाणी पढ़न सुनन अते समझण लई समा अकाल पुरख वाहिगुरू सानू बख्शिश करदा है। ये पावन शब्द दी विचार जिस नाल असीं सांझ पाउण दा यतन कर रहे हैं, गौड़ी राग विच कबीर साहब जी दी पावन रसना तो उच्चारण किया होया धन धन गुरु ग्रंथ साहब जी दे पावन अंग 325 ते सुभायमान। अज दे शब्द का जो मुख संदेश है, जो रहाओ दी बंद विच मैं न मरूं मरबो संसारा अब मोए मिल्यो है जियावन हारा। कबीर साहब जी इस शब्द राही जो सानू सेध बख्शदे ने गुरमुखी जीवन दी कि मनुख नूं अगर सचमुच जीवन की जांच आ जाए, मनुख नूं ये समझ आए कि असल जीवन की है, तो उसनूं ये भी पता लग जाता है कि मौत एक अटल सच्चाई है। ये हमेशा उस अकाल पुरख वाहिगुरू दे
ਹੁਕਮ ਨਾਲ ਮਨੁੱਖ ਜਨਮ ਲੈਂਦਾ ਹੈ ਅਤੇ ਉਸੇ ਦੇ ਹੁਕਮ ਨਾਲ ਇਹ ਸੰਸਾਰ ਤੋਂ ਤੁਰ ਵੀ ਜਾਂਦਾ ਹੈ। ਅਸਲ ਵਿੱਚ ਜਿਸ ਮੌਤ ਦੀ ਗੱਲ ਕਬੀਰ ਸਾਹਿਬ ਜੀ ਅੱਜ ਇਸ ਸ਼ਬਦ ਵਿੱਚ ਕਰਦੇ ਹਨ, ਉਹ ਸਰੀਰਕ ਮੌਤ ਦੀ ਨਹੀਂ, ਜਿਸ ਨੂੰ ਭਗਤ ਕਬੀਰ ਜੀ ਕਹਿੰਦੇ ਨੇ ਮੈਂ ਨਾ ਮਰਾਂ, ਮੈਂ ਤਾਂ ਉਹ ਮੌਤ ਨਹੀਂ ਮਰਦਾ। ਕਿਹੜੀ ਮੌਤ ਜਿਸ ਦਾ ਜ਼ਿਕਰ ਭਗਤ ਕਬੀਰ ਜੀ ਨੇ ਕਰ ਰਹੇ ਹਨ ਇਸ ਸ਼ਬਦ ਵਿੱਚ, ਉਹ ਹੈ ਵਿਕਾਰਾਂ ਵਿੱਚ ਪਏ ਹੋਏ ਜੀਵ ਦੀ ਮੌਤ। ਵਿਕਾਰਾਂ ਵਿੱਚ ਪਿਆ ਹੋਇਆ ਜੀਵਨ ਜੋ ਮੋਇਆ ਸਮਾਨ ਹੀ ਹੈ, ਉਸ ਮੌਤ ਤੋਂ, ਜਿਸ ਮੌਤ ਵਿੱਚ ਇਹ ਸਾਰਾ ਸੰਸਾਰ ਮਰ ਰਿਹਾ ਹੈ। ਇਹ ਸੰਸਾਰ ਇੱਕ ਵਿਕਾਰਾਂ ਦਾ ਸਮੁੰਦਰ ਹੈ। ਤਿਤ ਸਰਵਰਣੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਾਂ ਡੂਬੀ ਲੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਕਿ ਇਹ ਸੰਸਾਰ ਸਮੁੰਦਰ ਵਿੱਚ ਜਿੱਥੇ ਮੋਹ ਦਾ ਚਿੱਕੜ ਪ੍ਰਬਲ ਹੈ, ਜਿਸ ਵਿੱਚ ਪੈਰ ਪੈਰ ਤੇ ਇਨਸਾਨ ਧੱਸਦਾ ਜਾ ਰਿਹਾ ਹੈ, ਇਸ ਮੋਹ ਦੇ ਚਿੱਕੜ ਵਿੱਚ, ਇਸ ਦੇਹੀ ਦੇ ਅਧਿਆਸ ਵਿੱਚ, ਦੇਹ ਦੇ ਸੁੱਖਾਂ ਨੂੰ ਹੀ ਸੁੱਖ ਸਮਝ ਕੇ ਮਨੁੱਖ ਇਹ ਸਮਝਦਾ ਹੈ ਕਿ ਇਹੋ ਹੀ ਜਿਉਣਾ ਹੈ। ਪਰ ਇਹ ਮੋਹ ਦਾ ਚਿੱਕੜ ਐਸਾ ਹੈ ਕਿ ਜੀਵ ਇਸ ਨੂੰ ਹੀ ਸੁੱਖ ਸਮਝ ਬੈਠਦਾ ਹੈ ਅਤੇ ਇਸ ਮੋਹ ਦੇ ਚਿੱਕੜ ਵਿੱਚ ਹੀ ਡੁੱਬਦਾ ਜਾ ਰਿਹਾ ਹੈ। ਇਸ ਮੌਤ ਵਿੱਚ ਸਾਰਾ ਸੰਸਾਰ ਫਸਿਆ ਪਿਆ। ਪਰ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਮੈਨੂੰ ਇਹ ਜੀਵਨ ਜਿਉਣ ਦੀ ਜਾਚ ਆ ਗਈ, ਮੈਨੂੰ ਜੀਵਨ ਜਿਉਣਾ ਆ ਗਿਆ, ਉਦੋਂ ਮੈਂ ਇਸ ਮੌਤ ਤੋਂ ਬਚ ਗਿਆ। ਮੈਂ ਨਾ ਮਰਾਂ ਮਰਬੋ ਸੰਸਾਰਾ, ਅਬ ਮੋਇ ਮਿਲਿਓ ਹੈ ਜੀਵਨ ਹਾਰਾ। ਅੱਜ ਦੇ ਸ਼ਬਦ ਵਿੱਚ ਅਸੀਂ ਕੁਝ ਨੁਕਤੇ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾ ਨੁਕਤਾ ਕਿ ਅਸਲ ਜੀਵਨ ਹੈ ਕੀ। ਦੂਸਰਾ ਕਿ ਉਹ ਮੌਤ ਕੀ ਹੈ ਜਿਸ ਨੂੰ ਸਾਰਾ ਸੰਸਾਰ ਮੌਤ ਸਮਝ ਰਿਹਾ ਹੈ, ਪਰ ਅਸਲ ਵਿੱਚ ਮੌਤ ਕਿਹੜੀ ਹੈ। ਤੀਸਰਾ ਨੁਕਤਾ ਇਹ ਵੀ ਸਮਝਣਾ ਹੈ ਕਿ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਘਰ ਵਿੱਚ, ਤਾਂ ਲੋਕੀ ਉਸ ਦੇ ਉੱਪਰ ਸੋਗ ਮਨਾਉਂਦੇ ਨੇ, ਉਸਦਾ ਦੁੱਖ ਪ੍ਰਗਟ ਕਰਦੇ ਨੇ। ਪਰ ਜਦੋਂ ਸੱਚਾਈ ਸਮਝ ਆਉਂਦੀ ਹੈ ਕਿ ਇਹ ਮੌਤ ਤਾਂ ਮੌਤ ਹੈ ਹੀ ਨਹੀਂ, ਇਹ ਕੋਈ ਅਲੱਗ ਖੇਡ ਹੈ ਉਸ ਕਰਤਾ ਪੁਰਖ ਦੀ, ਪਰ ਸਰੀਰ ਦੀ ਮੌਤ ਨੂੰ ਹੀ ਮੌਤ ਸਮਝ ਕੇ ਮਨੁੱਖ ਦੁਖੀ ਹੁੰਦਾ ਰਹਿੰਦਾ ਹੈ ਅਤੇ ਸਰੀਰਕ ਸੁੱਖਾਂ ਵਾਸਤੇ ਹੀ ਸਾਰੀ ਜ਼ਿੰਦਗੀ ਆਪਣਾ ਯਤਨ ਕਰਦਾ ਰਹਿੰਦਾ ਹੈ। ਅਸਲ ਵਿੱਚ ਮੌਤ ਹੈ। ਜੋ ਚੌਥਾ ਨੁਕਤਾ ਵੀ ਇਸੇ ਸ਼ਬਦ ਦਾ ਇੱਕ ਭਾਵ ਹੈ ਕਿ ਇਹ ਮਨੁੱਖ ਸਰੀਰ ਦੇ ਪਿੱਛੇ ਲੱਗ ਕੇ ਸਰੀਰਕ ਜੀਵਨ ਨੂੰ ਹੀ ਅਸਲ ਜੀਵਨ ਸਮਝ ਕੇ ਸਰੀਰਕ ਸੁੱਖਾਂ ਦੀ ਖਾਤਰ ਹੀ ਆਪਣਾ ਸਾਰਾ ਜਨਮ ਬਿਤਾ ਦਿੰਦਾ ਹੈ। 5 ਕਰਮ ਇੰਦਰੀਆਂ ਦੇ ਪਿੱਛੇ ਲੱਗ ਕੇ ਇਹ ਸਰੀਰਕ ਸੁੱਖਾਂ ਨੂੰ ਮਾਣਦਾ ਹੈ, ਪਰ ਅਸਲ ਇਹੀ ਜਦੋਂ ਇਹ ਵਿਕਾਰਾਂ ਵਿੱਚ ਫਸ ਜਾਂਦਾ ਹੈ ਤਾਂ ਇਹ ਫਿਰ ਸੁੱਖਾਂ ਤੋਂ ਦੁੱਖ ਵੀ ਗ੍ਰਹਿਣ ਕਰ ਲੈਂਦਾ ਹੈ। ਇਸ ਮੌਤ ਤੋਂ ਬਚਣ ਲਈ ਇੱਕ ਐਸੇ ਗਿਆਨ ਦੀ ਲੋੜ ਹੈ, ਇੱਕ ਐਸੀ ਸਮਝ ਪੈਦਾ ਕਰਨ ਦੀ ਲੋੜ ਹੈ, ਜਿਸ ਨੂੰ ਆਖਰ ਵਿੱਚ ਕਬੀਰ ਸਾਹਿਬ ਜੀ ਨੇ ਕਿਹਾ ਕਿ ਇਹ 5 ਵਿਕਾਰਾਂ ਤੋਂ ਬਾਹਰ ਨਿਕਲਣ ਲਈ ਇੱਕ ਐਸੀ ਗਿਆਨ ਦੀ ਬੁੱਧੀ ਦੀ ਲੋੜ ਹੈ, ਤਾਂ ਕਿ ਮਨੁੱਖ ਨੂੰ ਇਹ ਸਮਝ ਆ ਸਕੇ ਕਿ ਅਸਲ ਵਿੱਚ ਮੌਤ ਕੀ ਹੈ। ਜਦੋਂ ਮਨੁੱਖ ਨੂੰ ਇਹ ਗਿਆਨ ਸਮਝ ਆਉਣ ਲੱਗਦਾ ਹੈ, ਉਦੋਂ ਇਸ ਦੇ ਕਰਮ ਇੰਦਰੇ ਗੁਰੂ ਦੱਸੇ ਰਾਹ ਦੀ ਕਾਰ ਕਰਦੇ ਹਨ ਅਤੇ ਗੁਰੂ ਦੱਸੇ ਕਾਰ ਵਿੱਚ ਲੱਗ ਕੇ ਅਸਲ ਵਿੱਚ ਜੋ ਪਰਮ ਆਨੰਦ ਹੈ ਉਸ ਦੀ ਪ੍ਰਾਪਤੀ ਕਰ ਲੈਂਦੇ ਹਨ। ਤਾਂ ਇਹਨੂੰ ਸਮਝ ਆ ਜਾਂਦੀ ਹੈ ਕਿ ਇਹ ਮਰਨਾ ਸਰੀਰਕ ਮਰਨਾ ਨਹੀਂ, ਇਹ ਮਰਨਾ ਜੋ ਹੈ ਇਹ ਵਿਕਾਰਾਂ ਵਾਲੀ ਮੌਤ, ਵਿਕਾਰਾਂ ਵਿੱਚ ਖਚਤ ਹੁੰਦਾ ਹੈ। ਆਓ ਇੱਕ ਇੱਕ ਨੁਕਤੇ ਨੂੰ ਇਹ ਸਮਝਣ ਦਾ ਯਤਨ ਕਰਦੇ ਹਾਂ। ਗੁਰਬਾਣੀ ਵਿੱਚ ਜਦੋਂ ਅਸੀਂ ਇਹ ਸਮਝਣ ਦਾ ਯਤਨ ਕਰੀਏ ਕਿ ਅਸਲ ਵਿੱਚ ਜੀਵਨ ਕੀ ਹੈ, ਤਾਂ ਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਬਹੁਤ ਸਾਰੇ ਸ਼ਬਦਾਂ ਵਿੱਚ ਇਹ ਗੱਲ ਸਮਝਾਈ ਹੈ। ਅਸਲ ਜੀਵਨ ਮਕਸਦ ਹੈ ਨਾਮ ਜਪਣਾ, ਪਰਮੇਸ਼ਵਰ ਦੀ ਹੋਂਦ ਤੇ ਵਿਸ਼ਵਾਸ ਲਿਆਉਣਾ। ਜੀਵਨ
केवल खाना पीना हसना सौना ही नहीं, सगों मौत नूं एक सच्चाई समझ के इस भाणे विच रहना, क्योंकि जे मौत भाणे विच है तां जन्म भी भाणे विच ही है। जम्मण मरना हुक्म है, भाणे आवे जाए। जमना भी ਉਹਦੇ ਹੁਕਮ ਵਿੱਚ ਹੈ, ਪੈਦਾ ਵੀ ਮਨੁੱਖ ਉਹਦੇ ਹੁਕਮ ਵਿੱਚ ਹੀ ਹੁੰਦਾ ਹੈ, ਅਤੇ ਇਹ ਸੰਸਾਰ ਤੋਂ ਕੂਚ ਜਦੋਂ ਕਰ ਜਾਂਦਾ ਹੈ, ਇਹ ਪੰਜ ਤੱਤ ਆਪਣੇ ਆਪਣੇ ਅਸਲਿਆਂ ਵਿੱਚ ਮਿਲ ਜਾਂਦੇ ਨੇ, ਉਦੋਂ ਵੀ ਉਹਦਾ ਹੀ ਹੁਕਮ ਵਰਤਦਾ ਹੈ। ਅਸਲ ਵਿੱਚ ਜੀਵਨ ਦੀ ਸੱਚਾਈ ਇਹ ਹੈ ਕਿ ਮਨੁੱਖ ਭਾਣੇ ਵਿੱਚ ਰਹਿਣ ਦੀ ਜਾਚ, ਹੁਕਮ ਰਜ਼ਾਈ ਚੱਲਣ ਦੀ ਜਾਚ ਸਿੱਖ ਲਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਬੜਾ ਸੁੰਦਰ ਢੰਗ ਨਾਲ ਇਸ ਗੱਲ ਨੂੰ ਸਮਝਾਉਂਦੇ ਹਨ ਕਿ ਇਹ ਬੜਾ ਕੀਮਤੀ ਜਨਮ ਹੈ, ਮਨੁੱਖਾ ਜਨਮ, ਕਿ ਜਿਹੜੇ ਇਸ ਜਨਮ ਵਿੱਚ ਆ ਕੇ परमात्मा की बंदगी नहीं करते, परमेश्वर ਨੂੰ ਸਿਮਰਦੇ नहीं, परमेश्वर ਨੂੰ अपनी याद विच नहीं लियाउंदे, वो मनुख नहीं, सगों अपने आप की मौत का कारण खुद बन जाते हैं। दुर्लभ दे पाई वडभागी, नाम ना जपै ते आत्म घाती। वो आत्म घाती हैं, भाव अपने आत्मक जीवन का घात, अपने आत्मक जीवन की मौत वो आप सहेड़ लेंदे हैं। इसलिए गुरु अर्जन पातशाह जी कहते हैं मर ना जाही, वो मनुख मरे हुए हैं, मर नहीं जाते। जिना बिसरत राम, नाम बिहून जीवन कौन काम। नाम तो बिना कादा जीवन है। मनुख खांदा है, पानी पींदा है, खेलदा है, हसदा है, दुनिया के विसार इकट्ठे करता है, दुनिया विच बड़ा खिलारा पा के अपने जीवन के शरीरक सुखों को हासिल करना यत्न करता है। पर जे नाम तो विहूण जिंदगी रही तो ये सारे सुख इंज ने जिवें किसी मृतक का श्रृंगार किया गया हो। खात पीत खेलत हस विस्तार, कवन अर्थ मृतक श्रृंगार। ये फिर ये ਸਰੀਰਕ ਸੁੱਖਾਂ ਦੀ ਖਾਤਰ ਹੀ ਜਿਉਣਾ ਤਾਂ ਇੰਜ ਹੈ ਜਿਵੇਂ ਕੋਈ ਮੁਰਦੇ ਨੂੰ ਹਾਰ ਸ਼ਿੰਗਾਰ ਕਰਕੇ ਤੋਰਦਾ ਹੋਵੇ। तो गुरु नानक देव जी महाराज इस असल जीवन की गल करदे हां ये बख्शिश करते हैं कि उही मनुख जिउंदा है, उसे मनुख नूं जीवन जीवदियां विच गिणिया जाए जिस दे मन विच प्रभु परमेश्वर की याद टिकी हुई है। सो जीविया जिस मन वसिया सोए, नानक अवर न जीवै कोय। ये नानक बाकी तो कोई जिउंदा नहीं, क्योंकि वही मनुख जिउंदा है जिस दे मन विच परमात्मा की याद टिकी हुई है। नहीं तो मनुख खांदा पहनदा सारे सुख भोगदा है, पर जे मन विच सच्चा नहीं, भावें दुनिया के पदार्थ भोग विलास इकट्ठे कर ले, वो आत्मिक तौर पर मरिया ही जानो। क्या खादै क्या पैदा हुए, जा मन नहीं सच्चा सोए। उस खाण पीण का की करिए जे मन में सच नहीं टिकया होया, जे मन में सच का वासा ही नहीं। क्या मेवा क्या क्या घ्यो गुड़ मिठा, क्या मैदा क्या मास, क्या कपड़ क्या सेज सुखाली, की जय भोग विलास। भावें दुनिया के पदार्थ भोग ले, तो मन सतगुरु जी गुरु नानक देव जी कहते हैं क्या लश्कर क्या नेब खवासी, आवे महली वास। भावें बड़े बड़े महलों में गुजारा क्यों ना करता हुए, पर ये नानक सच्चे नाम वेण, सच्चे नाम तो बिना सबे टोल विनाश। ये सारा नाशमान ही है, ये सारा संसार नाशमान है, एक ना एक दिन इसने बिरस जाना है। कि मनुख जिन्होंने जे शरीरक सुखों को ही सुख समझ बैठता है, वही सुख मुड़ दुख का कारण बनने लग पैंदे हैं। इसलिए बिलावल राग विच गुरु अर्जन देव जी महाराज भी इहो गल इन समझाते हैं कि मैं जिउंदा उदों हाँ जदों नाम सुनदा हाँ। जीवों नाम सुनी जो सो प्रसन्न भए गुर पूरे, तब मेरी आस पुन्नी। इसलिए नानक नाम जपै सो जीवै, साध संग हर अमृत पीवै। ये नानक
ਅਸਲ ਵਿੱਚ ਉਹੀ ਮਨੁੱਖ ਜਿਉਂਦਾ ਹੈ ਜੋ ਨਾਮ ਜਪਦਾ ਹੈ, ਉਹੀ ਜਿਉਣ ਦੇ ਵਿੱਚ ਸ਼ਾਮਲ ਹੈ। ਅਤੇ ਇਹ ਨਾਮ ਜਪਣਾ, ਇਹ ਸੱਚ ਦੀ ਸੋਝੀ ਹੋਣਾ, ਇਹ ਸੱਚ ਨਾਲ ਜੁੜ ਜਾਣਾ, ਸਾਧ ਸੰਗਤ ਕੀਤਿਆਂ ਉਸ ਨਾਮ ਅੰਮ੍ਰਿਤ ਨੂੰ ਪ੍ਰਾਪਤ ਕਰਨਾ ਹੈ। ਰਹਿਰਾਸ ਬਾਣੀ ਦੇ ਅੰਦਰ ਵੀ ਅਸੀਂ ਰੋਜ਼ ਇਹ ਗੱਲ ਦੁਹਰਾਉਂਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਭਾਵੇਂ ਇਹ ਨਾਮ ਬੜਾ ਔਖਾ ਹੈ, ਭਾਵ ਕਿਹੜਾ ਔਖਾ ਨਾਮ ਹੈ ਕਿ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਢਾਲਣਾ ਔਖਾ ਲੱਗਦਾ ਹੈ, ਪਰ ਜਦੋਂ ਇਹ ਢਲ ਜਾਂਦਾ ਜੀਵਨ ਇਸ ਵਿੱਚ, ਫਿਰ ਇਹਦੀ ਐਸੀ ਭੁੱਖ ਲੱਗਦੀ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਏ ਦੁੱਖ। ਫਿਰ ਮਾਨੋ ਜੀਵਨ ਦੇ ਬਾਰੇ ਸਾਰੇ ਆਤਮਿਕ ਸੁੱਖ ਜਿਹੜੇ ਨੇ ਉਹ ਇਸ ਨੂੰ ਹਾਸਲ ਹੋ ਜਾਂਦੇ ਹਨ। ਇਸ ਲਈ ਜੀਵਨ ਦਾ ਅਸਲ ਜੋ ਪਰਪਸ ਹੈ, ਜੋ ਅਸਲ ਮਕਸਦ ਹੈ, ਉਹ ਸਿਰਫ ਖਾਣਾ ਪੀਣਾ ਹੱਸਣਾ ਸੌਣਾ ਹੈ ਨਹੀਂ, ਦੁਨੀਆ ਦੇ ਵਿਸ਼ੇ ਵਿਕਾਰ ਭੋਗਣਾ ਹੀ ਨਹੀਂ, ਸਗੋਂ ਗੁਰੂ ਅਰਜਨ ਦੇਵ ਜੀ ਮਾਰੂ ਰਾਗ ਵਿੱਚ ਬੜਾ ਸੁੰਦਰ ਫੈਸਲਾ ਕਰਦੇ ਹਨ ਕਿ ਇਹ ਜੀਵਨ ਜਿਉਣਾ ਨਹੀਂ, ਇਸ ਨੂੰ ਜੀਵਨ ਨੂੰ ਸਫਲ ਕਰਨਾ ਹੈ। ਅਤੇ ਉਸ ਦਾ ਇੱਕੋ ਇੱਕ ਤਰੀਕਾ ਹੈ ਕਿ ਪਰਮੇਸ਼ਰ ਦਾ ਨਾਮ ਸੁਣ ਕੇ, ਜਪ ਕੇ, ਭਾਵ ਜੀ ਕੇ, ਆਪਣੇ ਜੀਵਨ ਵਿੱਚ ਢਾਲ ਕੇ ਸदैव ਰਹਿਣ ਵਾਲੀ ਆਤਮਿਕ ਅਵਸਥਾ ਨੂੰ ਪ੍ਰਾਪਤ ਕਰਨਾ। ਉਹ ਆਤਮਿਕ ਅਵਸਥਾ ਜਿਸ ਵਿੱਚ ਆਤਮਾ ਅਤੇ ਪਰਮਾਤਮਾ ਇੱਕ ਲੈਅ ਵਿੱਚ ਪਰੋਤੇ ਜਾਣ, ਇੱਕ ਦੂਜੇ ਵਿੱਚ ਲੀਨ ਹੋ ਜਾਣ, ਇਹੀ ਅਸਲ ਵਿੱਚ ਜੀਵਨ ਹੈ। ਜੀਵਨ ਸਫਲ ਜੀਵਨ, ਸੁਣ ਹਰ ਜਪ ਸਾਧ ਜੀਵਨ। ਤੋਂ ਇਹ ਨੁਕਤਾ ਸੀ ਸਮਝਿਆ ਕਿ ਅਸਲ ਜੀਵਨ ਹੈ ਪਰਮਾਤਮਾ ਦੇ ਉਸ ਰੱਬੀ ਹੋਂਦ ਨੂੰ ਵਿਸ਼ਵਾਸ ਲਿਆ ਕੇ ਕਿ ਇਹ ਸਾਰਾ ਸੰਸਾਰ ਉਸ ਪਰਮਾਤਮਾ ਦੀ ਹੀ ਕ੍ਰੀਏਸ਼ਨ ਹੈ, ਉਸੇ ਨੇ ਪੈਦਾ ਕੀਤਾ, ਮੁੜ ਉਸੇ ਵਿੱਚ ਇਸ ਨੇ ਲੀਨ ਹੋਣਾ। ਉਸੇ ਲੀਨਤਾ ਲਈ ਮਨੁੱਖ ਨੇ ਸਾਧ ਸੰਗਤ ਵਿੱਚ ਆ ਕੇ ਗੁਰਬਾਣੀ ਨੂੰ ਸਮਝਣਾ ਅਤੇ ਪਰਮਾਤਮਾ ਦੇ ਨਾਮ ਨੂੰ ਜਪਣਾ ਅਤੇ ਨਾਮ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਜੋ ਅਸਲ ਜੀਵਨ ਹੈ, ਸदैव ਰਹਿਣ ਵਾਲਾ ਜੀਵਨ, ਸਦਾ ਕਾਇਮ ਰਹਿਣ ਵਾਲਾ ਜੀਵਨ, ਜਿਸ ਨੂੰ ਸਫਲ ਜੀਵਨ ਕਿਹਾ ਹੈ, ਉਹ ਪ੍ਰਾਪਤ ਕਰਨਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਜਦੋਂ ਮਨੁੱਖਾ ਸਰੀਰ ਦੀ ਗੱਲ ਕਰਦੇ ਹਨ ਤਾਂ ਉਹ ਇਸ ਗੱਲ ਨੂੰ ਆਪਣੇ ਢੰਗ ਨਾਲ ਬਿਆਨ ਕਰਦੇ ਹਨ ਕਿ ਦੇਖੋ ਮਨੁੱਖ, ਲੋਕੀ ਕਹਿੰਦੇ ਨੇ ਵੀ ਅਸ਼ਰਫੁਲ ਮਲੂਕਾਤ ਹੈ, ਸਭ ਤੋਂ ਕੀਮਤੀ ਦੁਰਲਭ ਜਨਮ ਹੈ, ਮਾਨਸ ਜਨਮ ਦੁਰਲਭ ਹੈ, ਹੋਰ ਤਰ੍ਹਾਂ ਬਾਰੰਬਾਰ ਗੁਰਬਾਣੀ ਵਿੱਚ ਵੀ ਕਿਹਾ। ਤੇ ਭਾਈ ਗੁਰਦਾਸ ਜੀ ਵੀ ਇਸ ਗੱਲ ਦੀ ਤਸ਼ਬੀਹ ਦਿੰਦੇ ਨੇ ਕਿ ਭਾਵੇਂ ਲੋਕ ਕਹਿੰਦੇ ਨੇ ਕਿ ਮਨੁੱਖਾ ਜਨਮ ਸਭ ਤੋਂ ਕੀਮਤੀ ਜਨਮ ਹੈ, ਦੁਰਲਭ ਦੇ ਹੀ ਹੈ, ਪਰ ਜੇ ਇਸ ਮਨੁੱਖ ਦਾ ਅਸਲ ਪਰਪਸ ਨਹੀਂ ਹੈ, ਮਨੁੱਖ ਸਫਲ ਕਰਦਾ, ਆਪਣਾ ਅਸਲ ਜੋ ਮਕਸਦ ਹੈ ਉਹ ਪੂਰਾ ਨਹੀਂ ਕਰਦਾ, ਤਾਂ ਭਾਈ ਗੁਰਦਾਸ ਜੀ ਕਹਿੰਦੇ 84 ਲੱਖ ਜੂਨ ਵਿੱਚ ਉੱਤਮ ਜੂਨ ਸੋ ਮਾਨਸ ਦੇਹੀ। ਇਹ ਉੱਤਮ ਦੇਹੀ ਇਸ ਕਰਕੇ ਨਹੀਂ ਕਿ ਇਹ ਅੱਖਾਂ ਨਾਲ ਵੇਖਦਾ ਹੈ, ਕੰਨਾਂ ਨਾਲ ਸੁਣਦਾ ਹੈ, ਪੈਰਾਂ ਨਾਲ ਚੱਲ ਸਕਦਾ ਹੈ, ਹੱਥਾਂ ਨਾਲ ਕੰਮ ਕਰ ਸਕਦਾ ਹੈ, ਨੱਕ ਨਾਲ ਵਾਸ਼ਨਾ ਲੈ ਸਕਦਾ ਹੈ ਅਤੇ ਇਹਨਾਂ ਗਿਆਨ ਇੰਦਰੀਆਂ ਦੇ ਰਾਹੀਂ ਇਹ ਸਰੀਰਕ ਸੁੱਖ ਭੋਗਦਾ ਹੈ, ਇਸ ਕਰਕੇ ਉੱਤਮ ਨਹੀਂ। ਅਗਰ ਉੱਤਮ ਹੈ ਤਾਂ ਕਿਉਂ ਹੈ? ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਇਹ ਮਨੁੱਖ ਕੋਲ ਇਹ ਸਾਰੇ ਰੱਬੀ ਗੁਣ ਨੇ, ਵੀ ਅੱਖਾਂ ਨਾਲ ਵੇਖ ਵੀ ਸਕਦਾ ਹੈ, ਕੰਨਾਂ ਨਾਲ ਸੁਣ ਵੀ ਸਕਦਾ ਹੈ, ਹੱਥ ਪੈਰ ਕੰਮ ਵੀ ਕਰਦੇ ਨੇ ਅਤੇ ਉਦਮ ਕਰਕੇ ਇਹ ਜਿਉਣਾ ਵੀ ਜਾਣਦਾ ਹੈ, ਪਰ ਜੇ ਰੱਬ ਨੂੰ ਭੁਲਾ ਦੇਵੇ, ਕਰਤਾ ਪੁਰਖ ਵਿਸਾਰਕ ਹੈ, ਮਾਨਸ ਦੀ ਪ੍ਰਭ ਆਸ ਕਰੇ, ਇਹ ਮਨੁੱਖ ਦੇ ਪਿੱਛੇ ਹੀ ਤੁਰਿਆ ਫਿਰੇ, ਇਹ ਮਨੁੱਖ ਪਖੰਡੀਆਂ ਦੇ ਪਿੱਛੇ ਲੱਗ ਕੇ ਹੀ ਆਪਣਾ ਜੀਵਨ ਖੁਆਰ ਕਰ ਲਏ, ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਫਿਰ ਮਨੁੱਖ ਨਹੀਂ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਹੋ ਸਕਦਾ ਹੈ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਮਨੁੱਖ ਭਾਵੇਂ ਸਾਰੀਆਂ ਤਾਕਤਾਂ ਦਾ ਮਾਲਕ ਕਿਉਂ ਨਾ ਬਣ ਜਾਵੇ, ਪਰ ਕਰਤਾ ਪੁਰਖ ਵਿਸਾਰਕ ਹੈ, ਮਾਨਸ ਦੀ ਪ੍ਰਭ ਆਸ ਕਰੇ ਹੀ, ਪਸ਼ੂ ਪਰੇ ਤੋਂ ਬੁਰੀ ਖੁਰੇ ਹੀ। ਇਹ ਪਸ਼ੂਆਂ ਤੋਂ ਵੀ ਬੁਰਾ ਹੈ, ਇਹ ਪ੍ਰੇਤਾਂ ਤੋਂ ਵੀ ਬੁਰਾ ਹੈ। ਅਸਲ ਵਿੱਚ ਇਹ ਮਨੁੱਖ ਹੀ ਪਸ਼ੂ ਵਰਗਾ ਜੀਵਨ ਜਿਉਣ ਲੱਗ ਪੈਂਦਾ ਹੈ, ਇਹ ਮਨੁੱਖ ਹੀ ਪ੍ਰੇਤਾਂ ਵਰਗਾ ਜੀਵਨ ਜਿਉਂਦਾ ਹੈ ਜਦੋਂ ਇਹ ਰੱਬ ਨੂੰ ਭੁਲਾ ਦਿੰਦਾ ਹੈ। ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਇਹ ਵਚਨ ਅਸੀਂ ਸਰਵਣ ਕੀਤਾ ਸੀ ਕਿ ਮਨੁੱਖ ਅਸਲ ਵਿੱਚ ਪਸ਼ੂ ਜਿਹੜਾ ਪਰਮਾਤਮਾ ਨੂੰ ਭੁਲਾ ਦਿੰਦਾ ਹੈ,
ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਇਹ ਜੋ ਸਰੀਰਕ ਜੀਵਨ ਹੈ ਇਹ ਇੱਕ ਅਟਲ ਸਚਾਈ ਹੈ, ਇਸਨੇ ਹਮੇਸ਼ਾ ਨਹੀਂ ਰਹਿਣਾ। ਇਹ ਬਿਨਸਨਹਾਰ ਹੈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਇ ਲੈ, ਛਾੜ ਸਗਲ ਜੰਜਾਲ। ਤੋਂ ਤੀਸਰਾ ਨੁਕਤਾ ਇਹ ਵੀ ਅਸੀਂ ਸਮਝਣ ਦਾ ਯਤਨ ਕਰਾਂਗੇ ਅੱਜ ਦੇ ਸ਼ਬਦ ਵਿੱਚ ਕਿ ਸਰੀਰਕ ਜਦੋਂ ਮਨੁੱਖ ਆਪਣਾ ਸਮਾਂ ਪੂਰਾ ਕਰ ਦਿੰਦਾ ਹੈ, ਕਿਉਂਕਿ ਜਿਸ ਦਿਨ ਅਸੀਂ ਸੰਸਾਰ ਤੋਂ ਪੈਦਾ ਹੋਏ ਹਾਂ ਇਹ ਮੌਤ ਦੀ ਪੁੜੀ ਸਾਡੇ ਜਨਮ ਤੋਂ ਤੁਰੀ ਆ ਰਹੀ ਹੈ। ਭਾਵ ਅਸੀਂ ਸੰਸਾਰ ਵਿੱਚ ਆਏ ਹੀ ਹਾਂ ਇਸ ਨਿਯਮ ਦੇ ਤਹਿਤ ਕਿ ਸਦਾ ਇੱਥੇ ਨਹੀਂ ਰਹਿਣਾ। ਇੱਥੇ ਕੋਈ ਵੀ ਦੁਨੀਆ ਦੀ ਤਾਕਤ ਹਮੇਸ਼ਾ ਲਈ ਨਹੀਂ ਰਹਿੰਦੀ। ਰਾਜੇ ਰਈਅਤ, ਭਾਵੇਂ ਰਾਜਾ ਹੋਵੇ ਭਾਵੇਂ ਪ੍ਰਜਾ ਹੋਵੇ, ਰਾਜੇ ਰਈਅਤ ਸਿੱਖਦਾਰ ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ, ਇਹ ਭਾਵੇਂ ਕਿੰਨੇ ਕਿੰਨੇ ਦੁਨੀਆ ਦੇ ਪਦਾਰਥਾਂ ਦਾ ਮਾਲਕ ਬਣ ਜਾਏ, ਹੁਕਮੀ ਢੈਸੀਓ। ਹੁਕਮ ਵਿੱਚ ਇਹ ਪੈਦਾ ਹੁੰਦਾ ਹੈ, ਹੁਕਮ ਵਿੱਚ ਇਹ ਬਣਦਾ ਹੈ ਤੇ ਹੁਕਮ ਵਿੱਚ ਹੀ ਸੰਸਾਰ ਬਿਨਸਦਾ ਹੈ। ਉਪਜੈ ਨਿਪਜ ਸਮਾਈ, ਨੈਨੋ ਦੇਖਤ ਇਹ ਜਗ ਜਾਈ। ਇਹ ਮਨੁੱਖ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਤੂੰ ਕਹਿੰਦਾ ਕਿ ਮੇਰਾ ਅਸਲ ਘਰ ਹੈ। ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ। ਅੰਤ ਇਸ ਜੇ ਤੇਰਾ ਹੁੰਦਾ ਤੂੰ ਨਾਲ ਲੈ ਕੇ ਜਾਂਦੋ, ਪਰ ਤੂੰ ਦੇਖ ਦੇ ਰਿਹਾ ਹੈ ਕਿੰਨੇ ਲੋਕ ਆਏ ਸੰਸਾਰ ਵਿੱਚ। ਬਾਬਾ ਫਰੀਦ ਜੀ ਦੇ ਕਹਿਣ ਮੁਤਾਬਕ ਫਰੀਦਾ ਜਿਤ ਆਸਣ ਹਮ ਬੈਠੇ ਕਿਤੇ ਬੈਸ ਗਿਆ। ਇਸ ਧਰਤੀ ਦੇ ਇਸ ਟੁਕੜੇ ਤੇ ਕਈ ਮਾਲਕ ਬਣੇ ਅਤੇ ਕਈ ਬਣਦੇ ਰਹਿਣਗੇ, ਪਰ ਜੀਵ ਹਮੇਸ਼ਾ ਲਈ ਸਦਾ ਇੱਥੇ ਟਿਕਾਣਾ ਬਣਾ ਕੇ ਨਹੀਂ ਰਹਿ ਸਕਦਾ। ਤੋਂ ਇਸ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਇਸ ਮੋਹ ਦੇ ਚਿੱਕੜ ਵਿੱਚੋਂ ਕਿ ਇਹ ਮੇਰੇ ਇਹ ਮੇਰਾ ਹੈ, ਇਹ ਮੇਰਾ ਘਰ ਹੈ, ਇਹ ਮੈਂ ਬਣਾਇਆ ਹੈ, ਇਸ ਮੈਂ ਮੇਰੀ ਵਿੱਚੋਂ ਨਿਕਲ ਕੇ ਉਸ ਪਰਮਾਤਮਾ ਨਾਲ ਜੁੜਨ ਦੀ ਪ੍ਰੇਰਣਾ ਦਿੰਦੇ ਹਨ। ਇਹ ਸਮਝਾਉਂਦੇ ਹਨ ਕਿ ਅਸਲ ਵਿੱਚ ਮਨੁੱਖ ਦੁਖੀ ਕਿਉਂ ਹੁੰਦਾ ਹੈ ਮੌਤ ਤੋਂ, ਸਰੀਰਕ ਮੌਤ ਤੋਂ। ਭਾਵੇਂ ਅਸੀਂ ਜਦੋਂ ਸਰੀਰਕ ਮੌਤ ਦੀ ਗੱਲ ਛੇੜਦੇ ਹਾਂ ਤਾਂ ਕੁਝ ਕਾਰਨ ਐਸੇ ਨੇ ਜਿਨ੍ਹਾਂ ਕਰਕੇ ਮਨੁੱਖ ਦੁਖੀ ਹੁੰਦਾ ਹੈ ਮੌਤ ਤੋਂ। ਇੱਕ ਤਾਂ ਇਹ ਕਾਰਨ ਹੈ ਕਿ ਮੌਤ ਕਿਵੇਂ ਆਏਗੀ। ਕਈ ਵਾਰ ਮੌਤ ਜਦੋਂ ਆਉਂਦੀ ਹੈ ਮਨੁੱਖ ਦੀ ਦੁਖੀ ਹੁੰਦਾ, ਕੋਈ ਬਹੁਤ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ, ਕਿਸੇ ਭਿਆਨਕ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦਾ ਹੈ, ਉਸ ਦੇ ਕਾਰਨ ਕਰਕੇ ਵੀ ਡਰਦਾ ਹੈ। ਦੂਜਾ ਮੋਹ ਦੇ ਚਿੱਕੜ ਵਿੱਚ ਵੀ ਫਸਿਆ ਹੁੰਦਾ ਕਿ ਮੇਰਾ ਹੈ। ਉਸ ਮੋਹ ਦੇ ਚਿੱਕੜ ਚੋਂ ਬਾਹਰ ਨਿਕਲਣਾ ਵੀ ਇਹਦੇ ਵਾਸਤੇ ਮੁਸ਼ਕਿਲ ਜਾਪਦਾ, ਇਸ ਕਰਕੇ ਵੀ ਦੁਖੀ ਹੁੰਦਾ ਹੈ। ਤੀਜਾ ਜੋ ਪਦਾਰਥ ਇਸਨੇ ਜੋੜੇ ਹੁੰਦੇ ਹਨ, ਜੋ ਧਨ ਦੌਲਤ ਨੇ ਇਕੱਠੀ ਕੀਤੀ ਹੁੰਦੀ ਹੈ, ਜੋ ਸਰੀਰਕ ਸੁੱਖ ਆਰਾਮ ਇਸਨੇ ਬਣਾਏ ਹੁੰਦੇ ਹਨ, ਉਹਨਾਂ ਨੂੰ ਛੱਡ ਕੇ ਹੀ ਸਾਰੇ ਸੰਸਾਰ ਵਿੱਚੋਂ ਇਸਨੇ ਤੁਰ ਜਾਣਾ ਹੁੰਦਾ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਸਮੇਂ ਅੰਦਰ ਇਹ ਸਚਾਈ ਨੂੰ ਭਾਈ ਮੂਲੇ ਖੱਤਰੀ ਨੂੰ ਗੱਲ ਬੜੀ ਸੁੰਦਰ ਢੰਗ ਨਾਲ ਸਮਝਾ ਦਿੱਤੀ ਸੀ, ਜਦੋਂ ਆਖਿਆ ਸੀ ਮੂਲਿਆ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ। ਮਰਨਾ ਇਸ ਲਈ ਸੱਚ ਹੈ ਕਿ ਅੰਤ ਤੋਂ ਮਰਨਾ, ਤੇ ਜਿਉਣਾ ਇਸ ਲਈ ਝੂਠ ਹੈ ਕਿਉਂਕਿ ਜਿਉਣਾ ਸਦਾ ਲਈ ਨਹੀਂ ਹੈ। ਦੁਨੀਆ ਵਿੱਚ ਸਦਾ ਲਈ ਕੋਈ ਨਹੀਂ ਟਿਕਿਆ ਰਹਿੰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਜੋ ਦਿਨ ਆਵੇਂ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਪੀ ਚਲਣਾ, ਦੂਰ ਗਗਨ ਸਿਰ ਉੱਪਰ ਮਰਨਾ। ਕਿਆ ਤੈਂ ਸੋਇਆ ਜਾਗੇ ਆ ਨਾ। ਇਹ ਸੁੱਤੇ ਹੋਏ ਮਨੁੱਖ ਇਸ ਗਫਲਤ ਦੀ ਨੀਂਦ ਵਿੱਚੋਂ ਜਾਗ ਅਤੇ ਸਮਝ ਕਿ ਇਹ ਸੰਸਾਰ ਹਮੇਸ਼ਾ ਲਈ ਨਹੀਂ ਰਹਿਣਾ। ਅੰਤ ਇਸ ਸੰਸਾਰ ਨੂੰ ਛੱਡ ਕੇ ਇਸ ਦੁਨੀਆ ਤੋਂ ਕੂਚ ਕਰ ਜਾਣਾ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਵੀ ਇਸ ਸੱਚਾਈ ਨੂੰ ਬਿਆਨ ਕਰਦੇ ਹਨ ਕਿ ਵੇਖੋ, ਜਿਨ੍ਹਾਂ ਨੂੰ ਇਹ ਸਮਝ ਆ ਗਈ ਕਿ ਸੰਸਾਰ ਤੋਂ ਤੁਰ ਜਾਣਾ, ਉਹ ਫਿਰ ਦੁਨੀਆ ਵਿੱਚ ਬਹੁਤੇ ਖਿਲਾਰੇ ਨਹੀਂ ਪਸਾਰਦੇ, ਉਹ ਦੁਨੀਆ ਦੇ ਬਹੁਤੇ ਅਡੰਬਰ ਨਹੀਂ ਪਸਾਰਦੇ। ਜਿੰਨੀ ਚੱਲਣ ਜਾਣਿਆ, ਜਿਨ੍ਹਾਂ ਨੇ ਚੱਲਣ ਨੂੰ ਸਮਝ ਲਿਆ ਕਿ ਅੰਤ ਇਸ ਸੰਸਾਰ ਤੋਂ ਤੁਰ ਜਾਣਾ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਉਹ ਬਹੁਤਾ ਖਿਲਾਰਾ ਨਹੀਂ ਪਸਾਰਦੇ। ਕਬੀਰ ਸਾਹਿਬ ਆਪਣੇ ਸ਼ਲੋਕਾਂ ਵਿੱਚ ਵੀ ਇਸ ਮੌਤ ਦਾ ਜ਼ਿਕਰ ਕਰਦੇ ਹਨ ਕਿ ਮਰਨਾ ਤਾਂ ਹਰ ਇੱਕ ਨਹੀਂ ਹੈ। ਸੰਤ ਵੀ ਮਰਦੇ ਨੇ, ਸਾਖਤ ਵੀ ਮਰਦੇ ਨੇ, ਤੇ ਮਨੁੱਖ ਹਰ ਮੌਤ ਤੇ ਦੁਖੀ ਹੁੰਦਾ ਹੈ। ਤੇ ਦੂਜੇ ਦੀ ਜਦੋਂ ਮੌਤ ਹੁੰਦੀ ਵੇਖਦਾ ਤੇ ਸੋਗ ਵੀ ਮਨਾਉਂਦਾ ਹੈ, ਦੁੱਖ ਵੀ ਮਨਾਉਂਦਾ ਹੈ। ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਪਹਿਲਾਂ ਤਾਂ ਜੇ ਮੌਤ ਸਚਾਈ ਹੈ, ਜੇ ਹਰ ਇੱਕ ਨੇ ਸੰਸਾਰ ਤੋਂ ਤੁਰ ਜਾਣਾ ਹੈ,
ਫਿਰ ਰੋਣ ਦਾ ਕੋਈ ਤੁਕ ਰਹਿ ਨਹੀਂ ਜਾਂਦਾ। ਪਰ ਜੇ ਰੋਣਾ ਹੀ ਹੈ ਤਾਂ ਫਿਰ ਸਾਕਤ ਦੀ ਮੌਤ ਤੇ ਕਿਉਂ ਨਾ ਰੋਈਏ। ਕਬੀਰ ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ। ਸੰਤ ਤੇ ਮੌਤ ਨੂੰ ਆਪਣੇ ਘਰ ਜਾਣ ਦਾ ਇੱਕ ਰਸਤਾ ਸਮਝਦਾ ਹੈ ਕਿ ਮੈਂ ਜਿਸ ਪਰਮਾਤਮਾ ਤੋਂ ਵਿਛੜਿਆ ਸਾਂ ਮੁੜ ਉਸੇ ਵਿੱਚ ਸਮਾ ਜਾਣਾ। ਪਰ ਸਾਖਤ ਮਨੁੱਖ ਜਿਸ ਪਰਮਾਤਮਾ ਤੋਂ ਵਿਛੜ ਕੇ ਸੰਸਾਰ ਵਿੱਚ ਆਉਂਦਾ ਹੈ ਉਹਨੂੰ ਭੁਲਾ ਦਿੰਦਾ ਹੈ ਅਤੇ ਸੰਸਾਰ ਨਾਲ ਵਿੱਚ ਹੀ ਜੁੜ ਕੇ ਮਰਬੋ ਸੰਸਾਰ ਆ, ਇਸ ਸੰਸਾਰ ਵਿੱਚ ਹੀ ਖਚਤ ਹੋ ਜਾਂਦਾ ਹੈ। ਇਸ ਲਈ ਰੋਵੋ ਸਾਖਤ ਵਾਪਰੇ। ਐਸੇ ਸਾਖਤ ਮਨੁੱਖਾਂ ਦੀ ਮੌਤ ਤੇ ਰੋਵੋ ਜੋ ਇਸ ਸੰਸਾਰ ਵਿੱਚ ਹੱਟੀ ਹੱਟੀ ਤੇ ਦਰ ਦਰ ਤੇ ਠੋਕਰਾਂ ਖਾਂਦੇ ਹਨ, ਦਰ ਦਰ ਤੇ ਟੱਕਰਾਂ ਖਾਂਦੇ ਹਨ ਅਤੇ ਜੀਵਨ ਦੀ ਅਸਲ ਸਚਾਈ ਨੂੰ ਨਹੀਂ ਜਾਣਦੇ। ਗੁਰੂ ਨਾਨਕ ਦੇਵ ਜੀ ਪੰਨਾ 418 ਤੇ ਇੱਕ ਇਸ ਰੋਣ ਧੋਣ ਬਾਰੇ ਮਨੁੱਖ ਨੂੰ ਸੇਧ ਬਖਸ਼ਦੇ ਹਨ ਕਿ ਹੇ ਭਾਈ, ਕਾਹਦੇ ਵਾਸਤੇ ਹਾਏ ਹਾਏ ਕਰਦੇ ਹੋ? ਇਹ ਤਾਂ ਉਹੀ ਹੋ ਰਿਹਾ ਜੋ ਕੁਝ ਪਰਮਾਤਮਾ ਦੇ ਹੁਕਮ ਵਿੱਚ ਹੈ। ਤੁਸੀਂ ਉਸ ਨੂੰ ਰੋਂਦੇ ਹੋ, ਤੁਹਾਨੂੰ ਕੌਣ ਰੋਵੇਗਾ? ਇਸ ਲਈ ਇਹ ਧੰਦਾ ਪਿੱਟਣਾ ਛੱਡੋ। ਇਹ ਕੂੜ ਦਾ ਧੰਦਾ ਹੈ। ਉਹ ਜੋ ਜੀਵ ਚਲਾ ਗਿਆ ਹੈ, ਉਹ ਤੇ ਸੰਸਾਰ ਤੋਂ ਚਲਾ ਗਿਆ ਹੈ, ਉਸ ਦਾ ਤੁਹਾਡਾ ਰੋਣਾ ਧੋਣਾ ਸੁਣਦਾ ਨਹੀਂ ਕਿ ਤੁਸੀਂ ਬੜਾ ਰੋਏ ਹੋ ਤੇ ਉਹਨੂੰ ਕੁਝ ਸੁੱਖ ਮਿਲਦਾ ਹੈ। ਉਹੀ ਕਿਆ ਕਰੋ ਹੈ ਹੋਸੀ ਸੋਈ। ਕਾਹਦੇ ਵਾਸਤੇ ਹਾਏ ਹਾਏ ਕਰਦੇ ਹੋ? ਤੁਮ ਰੋਵੋਗੇ ਉਸ ਨੂੰ, ਤੁਮਕੋ ਕੌਣ ਰੋਈ। ਧੰਦਾ ਪਿਟਿਓ ਭਾਈਓ, ਤੁਮ ਕੂੜ ਕਮਾਵੋ। ਉਹ ਨਾ ਸੁਣੇ ਕਤ ਹੀ, ਤੁਮ ਲੋਕ ਸੁਣਾਵੋ। ਸਿਰਫ ਲੋਕਾਂ ਨੂੰ ਦੱਸਣ ਵਾਸਤੇ ਹੀ ਤੁਸੀਂ ਇਹ ਰੋਣ ਧੋਣ ਦਾ ਨਾਟਕ ਕਰ ਰਹੇ ਹੋ। ਇਸ ਲਈ ਸੋਗ ਮਨਾਉਣਾ, ਰੋਣਾ ਧੋਣਾ ਵਿਅਰਥ ਹੈ। ਇਸ ਨੂੰ ਭਾਣੇ ਵਿੱਚ ਰਹਿ ਕੇ ਜੋ ਗਿਆਨਵਾਨ ਮਨੁੱਖ ਨੇ ਉਹ ਇਸ ਨੂੰ ਰੱਬੀ ਹੁਕਮ ਮੰਨ ਕੇ ਹੀ, ਭਾਣਾ ਮੰਨ ਕੇ ਹੀ ਜਿਉਂਦੇ ਹਨ ਅਤੇ ਉਹਨਾਂ ਨੂੰ ਸਮਝ ਆ ਜਾਂਦੀ ਹੈ ਇਹ ਸਰੀਰਕ ਮੌਤ ਕੋਈ ਮੌਤ ਨਹੀਂ, ਇਹ ਤਾਂ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੀ ਇੱਕ ਇਲਾਹੀ ਖੇਡ ਹੈ। ਜੋ ਮਨੁੱਖ ਇਸ ਖੇਡ ਨੂੰ ਖੇਡ ਦੀ ਤਰ੍ਹਾਂ ਜਿਉਂਦਾ ਹੈ, ਖੇਡ ਹੀ ਮਹਿਸੂਸ ਕਰਦਾ ਹੈ, ਉਹ ਸਰੀਰ ਤਾਂ ਪੰਜਾਂ ਤੱਤਾਂ ਦਾ ਮੇਲ ਸੀ, ਉਸ ਨੂੰ ਸਮਝ ਆ ਜਾਂਦੀ ਹੈ ਇਹ ਮੇਲ ਉਸ ਕਰਤਾ ਪੁਰਖ ਦੇ ਹੁਕਮ ਅਨੁਸਾਰ ਬਣਿਆ ਅਤੇ ਉਸਦੇ ਹੁਕਮ ਅਨੁਸਾਰ ਹੀ ਇਹ ਆਪਣੇ ਅਸਲੇ ਵਿੱਚ, ਆਪਣੇ ਮੂਲ ਵਿੱਚ ਸਮਾ ਜਾਂਦਾ ਹੈ। ਇਸ ਲਈ ਗੁਰੂ ਨਾਨਕ ਸਾਹਿਬ ਜੀ ਇਸ ਸਚਾਈ ਨੂੰ ਬਿਆਨ ਕਰਦੇ ਹਨ ਕਿ ਪੌਣਾ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, 9 ਦਰਵਾजे 10ਵਾਂ द्वार, ਬੁਝਰੇ ਗਿਆਨੀ। ਇਹ ਵਿਚਾਰ ਹੈ ਗਿਆਨਵਾਨ ਮਨੁੱਖ ਇਸ ਸਚਾਈ ਨੂੰ ਸਮਝ ਕਿ ਪੰਜਾਂ ਤੱਤਾਂ ਹਵਾ ਪਾਣੀ ਅੱਗ ਮਿੱਟੀ ਆਕਾਸ਼ ਤੋਂ ਬਣਿਆ ਹੈ। ਇਹ ਸਰੀਰ ਜਿੰਨਾ ਚਿਰ ਰੱਬ ਦਾ ਹੁਕਮ ਵਰਤ ਰਿਹਾ, ਇਹ ਸਰੀਰ ਤੌਰ ਤੇ ਸੰਸਾਰ ਵਿੱਚ ਵਿਚ ਰਿਹਾ। ਜਦੋਂ ਇਹਨਾਂ ਪੰਜਾਂ ਤੱਤਾਂ ਦਾ ਵਿਘਟਨ ਹੋ ਜਾਂਦਾ ਹੈ, ਇਹਨਾਂ ਚੋਂ ਕੋਈ ਇੱਕ ਤੱਤ ਖਤਮ ਹੋ ਜਾਂਦਾ ਹੈ, ਇਹ ਸਰੀਰ ਫਿਰ ਆਪਣੇ ਅਸਲੇ ਵਿੱਚ ਸਮਾ ਜਾਂਦਾ ਹੈ। ਇਸ ਲਈ ਮਰਨ ਵਾਲਾ ਕੁਛ ਨਹੀਂ ਹੈ। ਕਥਤਾ ਬਖਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ। ਕਿ ਨਾ ਮਿੱਟੀ ਮਰਦੀ ਹੈ, ਨਾ ਆਕਾਸ਼ ਮਰਦਾ ਹੈ, ਨਾ ਪਾਣੀ ਮਰਦਾ ਹੈ। ਇਹਦੇ ਅੰਦਰ ਜੋ ਬੋਲਣ ਵਾਲਾ ਹੈ, ਜੋ ਕਹਿ ਰਿਹਾ ਹੈ, ਕਥਤਾ ਬਖਤਾ ਜੋ ਬੋਲ ਰਿਹਾ ਹੈ, ਜੋ ਸੁਣ ਰਿਹਾ ਹੈ, ਉਹ ਅਸਲ ਉਸੇ ਆਪਣੇ ਅਸਲ ਦਾ ਤੱਤ ਹੈ। ਆਪ ਵਿਚਾਰੇ ਸੋ ਗਿਆਨੀ ਹੋਈ। ਗਿਆਨਵਾਨ ਮਨੁੱਖ ਆਪਣੇ ਆਪ ਦੀ ਵਿਚਾਰ ਕਰਦੇ ਹਨ ਕਿ ਕੀ ਇਸ ਸਰੀਰ ਵਿੱਚੋਂ ਕੋਈ ਚੀਜ਼ ਮਰੀ, ਕੋਈ ਖਤਮ ਹੋਇਆ, ਤੇ ਜਿਹੜਾ ਆਪਣੇ ਆਪ ਨੂੰ ਵਿਚਾਰ ਲੈ ਉਹੀ ਅਸਲ ਵਿੱਚ ਗਿਆਨੀ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਪਹਿਚਾਣ ਕਰ। ਇਹ ਮਨੁੱਖ ਇਹ ਖੇਡ ਨੂੰ ਜਦੋਂ ਤੂੰ ਮਦਾਰੀ ਦੇ ਤਮਾਸ਼ੇ ਵਾਂਗ ਸਮਝੇਗਾ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਸੁੰਦਰ ਬਚਨ ਕਰਦੇ ਹਨ, ਜਿਉਂ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਣ। ਜਿਵੇਂ ਸੁਪਨਾ ਹਮੇਸ਼ਾ ਸੱਚਾ ਨਹੀਂ ਹੁੰਦਾ। ਰਾਤ ਸੁਪਨੇ ਵਿੱਚ ਕੋਈ ਰਾਜਾ ਬਣ ਕੇ ਬੈਠ ਜਾਏ, ਉਹ ਦਿਨੇ ਰਾਜਾ ਨਹੀਂ ਹੁੰਦਾ। ਮਦਾਰੀ ਦਾ ਤਮਾਸ਼ਾ ਭਾਵੇਂ ਉਹ ਖਾਲੀ ਝੋਲੀ ਪੈਸਿਆਂ ਨਾਲ ਭਰ ਕੇ ਬਾਅਦ ਵਿੱਚ 1-1 ਰੁਪਇਆ ਮੰਗ ਕੇ ਗੁਜ਼ਾਰਾ ਕਰਦਾ ਹੈ, ਜੇ ਉਹ ਸੱਚ ਹੋਵੇ ਤਾਂ ਉਹ ਹਮੇਸ਼ਾ ਲਈ ਅਮੀਰ ਬਣ ਸਕਦਾ ਹੈ, ਪਰ ਨਹੀਂ, ਉਹ ਤਾਂ ਖੇਡ ਹੈ। ਇਵੇਂ ਇਹ ਜੋ ਮਨੁੱਖਾ ਸਰੀਰ ਹੈ, ਉਸ ਕਰਤਾ ਪੁਰਖ ਦੀ ਖੇਡ ਹੈ। ਉਸਨੇ ਇਸ ਨੂੰ ਜੀਵਨ ਸਮਝਣ ਲਈ ਪੈਦਾ ਕੀਤਾ ਤੇ ਮਨੁੱਖ ਇਸ ਗਿਆਨ ਨੂੰ ਪ੍ਰਾਪਤ ਕਰਕੇ
समझ जाता है। देही माटी बोले पौन, बुझरे ज्ञानी मुआ है कौन। कौन मुआ रे कौन मुआ, ब्रह्म ज्ञानी मिल करो विचारा। ये तो चलत पया, ये तो परमेश्वर का हुक्म वरत रहा है, परमेश्वर की खेड है। जिसने भी इस खेड ਨੂੰ समझ लिया, ਉਹਨੂੰ समझ आ गया कि मैं कभी भी मरदा नहीं, मैं कभी भी मरण वाला है ही नहीं। होना मुआ मेरी मूही बुलाए, बस इस खेड ਨੂੰ समझ के ਜਦੋਂ मैं ਜਿਉਂਦਾ ਹਾਂ ਤਾਂ ਮੇਰੇ ਅੰਦਰ ਜੋ ਵਿਕਾਰ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਜਿਉਂ-ਜਿਉਂ ਮੈਂ ਇਸ ਸੱਚਾਈ ਨੂੰ ਸਮਝਦਾ ਹਾਂ ਕਿ ਜਿਉਣਾ ਝੂਠ ਹੈ, ਮਰਨਾ ਸੱਚ ਹੈ, ਉਦੋਂ ਜੀਵਨ ਜੀਉਣ ਦਾ ਢੰਗ ਬਦਲ ਜਾਂਦਾ ਹੈ। ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਜੋ ਮੇਰੇ ਅੰਦਰ ਵਸਦਾ ਹੈ, ਜੋ ਮੇਰੇ ਬਾਹਰ ਵਸਦਾ ਹੈ, ਜੋ ਹਰ ਜਗ੍ਹਾ ਵਸਿਆ ਹੋਇਆ ਹੈ, ਉਹ ਕਦੀ ਵੀ ਖਤਮ ਨਹੀਂ ਹੁੰਦਾ। ਉਹ ਨਾ ਮੂਆ ਜੋ ਰਿਹਾ ਸਮਾਏ, ਜੋ ਹਮੇਸ਼ਾ ਕਾਇਮ ਹੈ, ਉਹ ਕਦੀ ਵੀ ਖਤਮ ਨਹੀਂ ਹੁੰਦਾ। ਇਸ ਲਈ हे ਨਾਨਕ ਆਖ ਗੁਰ ਬ੍ਰਹਮ ਦਿਖਾਇਆ। ਗੁਰੂ ਨੇ ਇਹੀ ਸਚਾਈ ਕਿ ਪ੍ਰਮਾਤਮਾ ਦੇ ਦੀਦਾਰ ਕਰਵਾ ਦਿੱਤੇ ਤੇ ਉਸ ਨੂੰ ਫਿਰ ਮਰਤਾ ਜਾਤਾ ਨਜ਼ਰ ਨਾ ਆਇਆ। ਉਸ ਨੂੰ ਸਮਝ ਆ ਜਾਂਦੀ ਹੈ ਕਿ ਕੋਈ ਵੀ ਚੀਜ਼ ਮਰਨ ਵਾਲੀ ਨਹੀਂ ਹੈ, ਇਹ ਉਸ ਪ੍ਰਮਾਤਮਾ ਦੀ ਖੇਡ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਇਸ ਜੀਵਾਤਮਾ ਕਦੀ ਨਹੀਂ ਮਰਦਾ, ਜੀਵਾਤਮਾ ਮਰਨਹਾਰ ਨਹੀਂ ਹੈ। ਇਹ ਤਾਂ ਜਿੱਥੋਂ ਉਪਜਿਆ ਸੀ ਉਹਦੇ ਵਿੱਚ ਮੁੜ ਲੀਨ ਹੋ ਜਾਂਦਾ ਹੈ। ਨਾ ਜੀਓ ਮਰੈ ਨਾ ਡੂਬੈ ਤਰ੍ਹਾਂ ਦੀ ਗੱਲ ਗੁਰੂ ਅਰਜਨ ਪਾਤਸ਼ਾਹ ਜੀ ਵੀ ਸਮਝਾਉਂਦੇ ਹਨ ਕਿ ਨਾ ਜੀਵਾਤਮਾ ਮਰਦੀ ਹੈ, ਨਾ ਇਹ ਡੁੱਬਦੀ ਹੈ, ਨਾ ਤਰਦੀ ਹੈ। ਨਾ ਜੀਓ ਮਰੈ ਨਾ ਡੂਬੈ ਤਰੈ, ਜਿਨ ਕਿਛ ਕੀਆ ਸੋ ਕਿਛ ਕਰੈ। ਜਿਸ ਤਰ੍ਹਾਂ ਵੀ ਪ੍ਰਮਾਤਮਾ ਨੇ ਇਸ ਦਾ ਹੁਕਮ, ਜਿਸ ਹੁਕਮ ਵਿੱਚ ਇਸ ਨੂੰ ਤੋਰਿਆ, ਇਹ ਹੁਕਮ ਵਿੱਚ ਆਉਂਦਾ ਹੈ, ਹੁਕਮ ਵਿੱਚ ਹੀ ਚਲਾ ਜਾਂਦਾ ਹੈ। ਹੁਕਮੇ ਆਵੈ ਹੁਕਮੇ ਜਾਏ, ਆਗੇ ਪਾਛੈ ਹੁਕਮ ਸਮਾਏ। ਅੱਗੇ ਪਿੱਛੇ ਹਰ ਜਗ੍ਹਾ ਉਸ ਪਰਮਾਤਮਾ ਦਾ ਹੁਕਮ ਵਰਤ ਰਿਹਾ ਹੈ। ਇਸ ਲਈ हे ਮਨੁੱਖ, ਤੂੰ ਕਾਹਦੇ ਵਾਸਤੇ ਵਿਰਲਾਪ ਕਰਦਾ, ਕਾਹਦੇ ਵਾਸਤੇ ਸੋਗ ਕਰਦਾ, ਕਾਹਦੇ ਵਾਸਤੇ ਦੁਖੀ ਹੁੰਦਾ ਕਿ ਮਰ ਗਿਆ। ਦੂਜੇ ਜਾ ਰਹੇ ਨੇ, ਜਾਣਾ ਅਸੀਂ ਵੀ ਇੱਕ ਨਾ ਇੱਕ ਦਿਨ ਹੈ। ਇਸ ਲਈ हे ਮੂਰਖ, ਕਾਹੇ ਕੋ ਮੂਰਖ ਪਕਲਾਇਆ, ਮਿਲ ਸੰਜੋਗ ਹੁਕਮ ਤੂੰ ਆਇਆ। हे ਮੂਰਖਾ, ਤੂੰ ਕਾਹਦੇ ਵਾਸਤੇ ਵਿਰਲਾਪ ਕਰਦਾ ਹੈ। ਇਹ ਤਾਂ ਪਰਮਾਤਮਾ ਨੇ ਇਹ ਸੰਜੋਗ ਅਤੇ ਵਿਜੋਗ ਦੀ ਇੱਕ ਕਾਰ ਚਲਾਈ ਹੋਈ ਹੈ, ਜਿਸ ਨੂੰ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ। ਸਾਨੂੰ ਪ੍ਰਾਪਤ ਉਹ ਕੁਝ ਹੁੰਦਾ ਹੈ ਜੋ ਕੁਝ ਇਸ ਸੰਸਾਰ ਵਿੱਚ ਕਰਦੇ ਹਾਂ। ਮਿਲ ਸੰਜੋਗ ਹੁਕਮ ਤੂੰ ਆਇਆ, ਏਕਾ ਮਾਟੀ ਏਕਾ ਜੋਤ, ਏਕੋ ਪਵਨ ਕਹਾਂ ਕੌਣ ਰੋਤ। ਜਦੋਂ ਸਾਰੇ ਸੰਸਾਰ ਵਿੱਚ ਇੱਕੋ ਮਿੱਟੀ ਤੋਂ ਸਾਰਾ ਸੰਸਾਰ ਬਣਿਆ, ਇੱਕੋ ਹੀ ਜੋਤ ਸਾਰਿਆਂ ਦੇ ਵਿੱਚ ਸਮਾਈ ਹੋਈ ਹੈ, ਇੱਕੋ ਹੀ ਹਵਾ ਸਾਰਿਆਂ ਵਿੱਚ ਵਸ ਰਹੀ ਹੈ, ਫਿਰ ਰੋਣਾ ਕਾਹਦਾ ਹੈ, ਕਿਹੜੀ ਚੀਜ਼ ਮਰੀ ਜਿਸ ਕਰਕੇ ਸੋਗ ਮਨਾ ਰਹੇ ਹਾਂ। ਇਸ ਲਈ ਇਹ ਜੀਵ ਮੇਰਾ ਮੇਰਾ ਕਰ ਬਿਲ ਲਾਹੀ, ਮਰਨ ਹਾਰ ਇਹ ਜੀਅਰਾ ਨਹੀਂ। ਇਸ ਲਈ ਐਵੇਂ ਮੇਰੀ ਮੇਰੀ ਦੇ ਪਿੱਛੇ ਫਸ ਕੇ, ਇਸ ਮੋਹ ਦੇ ਚੱਕਰ ਵਿੱਚ ਫਸ ਕੇ ਕਿ ਮੇਰੀ ਮਾਂ ਹੈ, ਇਹ ਮੇਰਾ ਭਰਾ ਹੈ, ਇਹ ਮੇਰੇ ਰਿਸ਼ਤੇਦਾਰ ਨੇ, ਇਹ ਮੇਰੇ ਸੰਬੰਧੀ ਹਨ, ਇਹਨਾਂ ਤੋਂ ਵਿਛੜ ਕੇ ਮੈਂ ਕਿਵੇਂ ਜੀਵਾਂਗਾ, ਇਹ ਮੇਰੇ ਬੱਚੇ ਹਨ, ਇਸ ਮੇਰਾ ਪਰਿਵਾਰ ਹੈ। ਤੋ ਸਤਿਗੁਰੂ ਕਹਿੰਦੇ ਨੇ ਇਸ ਵਿਰਲਾਪ ਵਿੱਚੋਂ ਬਾਹਰ ਨਿਕਲ, ਕਿਉਂਕਿ ਇਹ ਜੀਵ ਆਤਮਾ ਕਦੀ ਮਰਦਾ ਨਹੀਂ। ਜਦੋਂ ਗੁਰੂ ਸਾਡੇ ਇਹ ਪਰਦੇ ਖੋਲ ਦਿੰਦਾ ਹੈ, ਜਦੋਂ ਸਾਡੇ ਇਹ ਗਿਆਨ ਰਾਹੀਂ ਸਾਡੀ ਸੋਝੀ, ਸਾਡੀ ਬੁੱਧੀ ਵਿੱਚ ਇਹ ਸੱਚ ਭਰ ਦਿੰਦਾ ਹੈ, ਕਹੋ ਨਾਨਕ ਗੁਰ ਖੋਲੇ ਕਪਾਟ, ਮੁਕਤ ਭਏ ਬਿਨ ਸੇ ਭ੍ਰਮ ਥਾਟ। ਤੋ ਗੁਰੂ ਪਾਤਸ਼ਾਹ ਜੀ ਬੜੇ ਸੁੰਦਰ ਬਚਨ ਕਰਦੇ ਹਨ ਕਿ ਗੁਰੂ ਇਹ ਭਰਮ ਦੇ ਪਰਦੇ ਖੋਲ ਦਿੰਦਾ ਹੈ। ਗੁਰੂ ਇਹ ਗੱਲ ਸਮਝਾ ਦਿੰਦਾ ਹੈ ਕਿ ਸਰੀਰ ਵਿੱਚ ਕੁਝ ਵੀ ਮਰਨ ਵਾਲਾ ਨਹੀਂ। ਇਹ ਪੌਣ ਪੌਣ ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚੱਪਲ ਬੁੱਧ ਕਾ ਖੇਲ, ਇੱਕ ਖੇਡ ਹੈ। ਤਾਂ ਇਸ ਲਈ ਕਬੀਰ ਸਾਹਿਬ ਵੀ ਇਹੋ ਗੱਲ ਅੱਜ ਦੇ ਸ਼ਬਦ ਵਿੱਚ ਵੀ ਕਹਿ ਰਹੇ ਨੇ, ਮੈਂ ਨਾ ਮਰੂੰ ਮਰਬੋ ਸੰਸਾਰਾ, ਅਬ ਮੋਇ ਮਿਲਿਓ ਹੈ ਜੀਵਨ ਹਾਰਾ। ਇੱਕ ਸਾਖੀ ਸਾਡੇ ਇਤਿਹਾਸ ਵਿੱਚ ਬੜੀ ਪ੍ਰਚਲਿਤ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬੇਟੇ ਬਾਬਾ ਅਟਲ ਰਾਏ ਜੀ ਜਦੋਂ ਚੜ੍ਹਾਈ ਕਰ ਜਾਂਦੇ ਨੇ, ਤਾਂ ਉਹਨਾਂ ਦੇ ਸਾਧੂ ਭਾਈ ਸਾਈਂ ਦਾਸ ਜੀ ਮਨ ਪਰਚਾਉਣੀ ਲਈ, ਜਿਵੇਂ ਅੱਜ ਅਸੀਂ ਕਹਿੰਦੇ ਸੋਗ ਤੇ ਚੱਲੇ ਹਾਂ, ਉਹਨਾਂ ਦੇ ਅਫਸੋਸ ਕਰਨ ਚੱਲੇ ਹਾਂ, ਭਾਈ ਸਾਈਂ ਦਾਸ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕੋਲ ਆਏ ਅਤੇ ਬਾਬਾ ਅਟਲ ਰਾਏ ਜੀ ਦਾ ਸੋਗ ਕਰਨ ਪਹੁੰਚੇ। ਤਾਂ ਅੱਗੋਂ ਕੀ ਵੇਖਿਆ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਿਹਰੇ ਤੇ ਕੋਈ ਮਲਾਲ ਨਹੀਂ ਸੀ,
ਉਹ ਆਮ ਰੂਟੀਨ ਦੀ ਤਰ੍ਹਾਂ ਆਪਣੇ ਘਰ ਦੇ ਕੰਮਾਂ ਕਾਰਾਂ ਵਿੱਚ ਮਸਰੂਫ ਸਨ, ਬੜੇ ਨਿਸ਼ਚਿੰਤ ਹੋ ਕੇ ਤੁਰ ਫਿਰ ਰਹੇ ਸਨ। ਉਹਨਾਂ ਨੂੰ ਵੇਖਦੇ ਹਾਂ ਭਾਈ ਸਾਈਂ ਦਾਸ ਬੜੇ ਹੈਰਾਨ ਹੋਏ ਕਿ ਜਿਵੇਂ ਅਸੀਂ ਤਾਂ ਜਦੋਂ ਕਦੋਂ ਮੌਤ ਹੋ ਜਾਂਦੀ ਹੈ ਘਰ ਵਿੱਚ ਫੂਲੀ ਬਾਹ ਕੇ ਕਈ ਦਿਨ ਸੋਗ ਮਨਾਉਂਦੇ ਰਹਿੰਦੇ ਹਨ, ਪਰ ਗੁਰੂ ਪਾਤਸ਼ਾਹ ਜੀ ਬੜੇ ਨਿਸ਼ਚਿੰਤ ਹੋ ਕੇ ਵਿਚਰ ਰਹੇ ਹਨ। ਤੇ ਸਾਈਂ ਦਾਸ ਨੇ ਇੱਕ ਸਵਾਲ ਕੀਤਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ, ਪਾਤਸ਼ਾਹ ਜੀ ਮੈਂ ਕੀ ਵੇਖ ਰਿਹਾ ਹਾਂ, ਤੁਹਾਨੂੰ ਆਪਣੇ ਬੇਟੇ ਦਾ ਕੋਈ ਦੁੱਖ ਨਹੀਂ? ਤੁਹਾਡੇ ਬੇਟੇ ਦੀ ਮੌਤ ਹੋ ਗਈ, ਜਵਾਨ ਪੁੱਤਰ ਤੁਹਾਡਾ ਚੜ੍ਹਾਈ ਕਰ ਗਿਆ, ਤੁਹਾਨੂੰ ਇਸ ਦਾ ਕੋਈ ਮਲਾਲ ਨਹੀਂ, ਇਸ ਦਾ ਕੋਈ ਸੋਗ ਨਹੀਂ? ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਾਈਂ ਦਾਸ ਨੂੰ ਆਖਿਆ, ਸਾਈਂ ਦਾਸ ਇਸ ਧਰਤੀ ਦੇ ਉੱਪਰ ਇੱਕ ਲਕੀਰ ਪਾ। ਸਾਈਂ ਦਾਸ ਨੇ ਹੁਕਮ ਮੰਨਿਆ ਅਤੇ ਇੱਕ ਲਕੀਰ ਖਿੱਚ ਦਿੱਤੀ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਫਿਰ ਬੋਲੇ, ਸਾਈਂ ਦਾਸ ਹੁਣ ਇੱਕ ਲਕੀਰ ਹੋਰ ਪਾ ਦੇ। ਸਾਈਂ ਦਾਸ ਨੇ ਹੁਕਮ ਮੰਨ ਲਿਆ, ਇੱਕ ਹੋਰ ਲਕੀਰ ਪਾ ਦਿੱਤੀ। ਗੁਰੂ ਪਾਤਸ਼ਾਹ ਜੀ ਪੁੱਛਣ ਲੱਗੇ, ਸਾਈਂ ਦਾਸ ਕਿੰਨੀਆਂ ਲਕੀਰਾਂ ਨੇ? ਕਹਿਣ ਲੱਗੇ, ਪਾਤਸ਼ਾਹ ਤੁਸੀਂ 2 ਲਕੀਰਾਂ ਦਾ ਹੁਕਮ ਕੀਤਾ ਹੈ, 2 ਲਕੀਰਾਂ ਮੈਂ ਪਾ ਦਿੱਤੀਆਂ ਨੇ। ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਤੀਸਰਾ ਹੁਕਮ ਸੁਣਾਇਆ, ਸਾਈਂ ਦਾਸ ਇੱਕ ਲਕੀਰ ਮਿਟਾ ਦੇ। ਹੁਕਮ ਮੰਨਦਿਆਂ ਭਾਈ ਸਾਈਂ ਦਾਸ ਜੀ ਨੇ ਇੱਕ ਲਕੀਰ ਉਹਨਾਂ ਵਿੱਚੋਂ ਮਿਟਾ ਦਿੱਤੀ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੁਸਕਰਾ ਪਏ, ਕਹਿਣ ਲੱਗੇ, ਸਾਈਂ ਦਾਸ ਤੂੰ 2 ਲਕੀਰਾਂ ਪਾਈਆਂ ਸਨ, ਇੱਕ ਲਕੀਰ ਛੋਟੀ ਸੀ, ਇੱਕ ਵੱਡੀ ਸੀ, ਤੂੰ ਛੋਟੀ ਮਿਟਾ ਦਿੱਤੀ, ਤੈਨੂੰ ਛੋਟੀ ਲਕੀਰ ਮਿਟਾਉਣ ਦਾ ਕੋਈ ਦੁੱਖ ਹੋਇਆ? ਕਹਿੰਦੇ ਨਹੀਂ ਮਹਾਰਾਜ, ਤੁਸੀਂ ਹੁਕਮ ਕੀਤਾ ਸੀ, ਤੁਸੀਂ ਮੈਨੂੰ ਇਹ ਤਾਂ ਕਿਹਾ ਨਹੀਂ ਛੋਟੀ ਢਾਣੀ ਹੈ ਜਾਂ ਵੱਡੀ ਢਾਣੀ ਹੈ, ਹੁਕਮ ਕੀਤਾ ਮੈਂ ਘਟਾ ਦਿੱਤੀ। ਕਹਿਣ ਲੱਗੇ, ਜਦੋਂ 2 ਲਕੀਰਾਂ ਪਾਈਆਂ ਤੈਨੂੰ ਕੋਈ ਖੁਸ਼ੀ ਹੋਈ ਸੀ? ਕਹਿਣ ਲੱਗੇ ਨਹੀਂ ਮਹਾਰਾਜ, ਆਪ ਜੀ ਦਾ ਹੁਕਮ ਸੀ, ਆਪ ਦੇ ਹੁਕਮ ਨਾਲ ਮੈਂ 2 ਲਕੀਰਾਂ ਪਾ ਦਿੱਤੀਆਂ ਸਨ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੁਸਕਰਾ ਕੇ ਕਹਿਣ ਲੱਗੇ, ਸਾਈਂ ਦਾਸ ਇੰਜ ਹੀ ਬਾਬਾ ਅਟਲ ਇੱਕ ਲਕੀਰ ਸੀ ਉਸ ਕਰਤਾ ਪੁਰਖ ਦੇ ਹੁਕਮ ਦੀ, ਉਸ ਪਰਮਾਤਮਾ ਦੇ ਹੁਕਮ ਨਾਲ ਇਹ ਲਕੀਰ ਪਈ ਸੀ ਅਤੇ ਉਹਦੇ ਹੁਕਮ ਵਿੱਚ ਇਹ ਲਕੀਰ ਮਿਟ ਗਈ। ਇਸ ਲਕੀਰ ਦੇ ਪੈਣ ਦੀ ਕੋਈ ਖੁਸ਼ੀ ਨਹੀਂ ਅਤੇ ਇਸ ਲਕੀਰ ਦੇ ਮਿਟਣ ਨਾਲ ਕੋਈ ਗਮੀ ਨਹੀਂ, ਕਿਉਂਕਿ ਇਹ ਦੋਨੋਂ ਚੀਜ਼ਾਂ ਉਸ ਪਰਮਾਤਮਾ ਦੇ ਹੁਕਮ ਵਿੱਚ ਹੀ ਹਨ। ਜਦੋਂ ਇਹ ਸੱਚਾਈ ਮਨੁੱਖ ਨੂੰ ਸਮਝ ਆਉਂਦੀ ਹੈ, ਫਿਰ ਮਨੁੱਖ ਮਰਨ ਨੂੰ ਸੋਗ ਨਹੀਂ ਸਮਝਦਾ, ਮਰਨ ਤੇ ਦੁੱਖ ਨਹੀਂ ਮਨਾਉਂਦਾ, ਉਹ ਸਗੋਂ ਉਸ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜਹਾਂ ਜਹਾਂ ਰੱਖੇ ਆਪ ਤਾਂ ਜਾਏ ਖੜੋਵਣਾ ਦੀ ਕਾਰਜ ਚੱਲਦਾ ਹੋਇਆ ਇਸ ਅੱਜ ਦੇ ਸ਼ਬਦ ਦੇ ਵਿਚਾਰ ਵਿੱਚ ਭਗਤ ਕਬੀਰ ਜੀ ਇਸੇ ਵਿਸ਼ੇ ਨੂੰ ਬੜੇ ਸੁੰਦਰ ਢੰਗ ਨਾਲ ਖੋਲਦੇ ਹਨ। ਆਓ ਸ਼ਬਦ ਦੀ ਵਿਚਾਰ ਸਰਵਣ ਕਰੀਏ। ਗੌੜੀ ਕਬੀਰ ਜੀ ਦਾ ਸ਼ਬਦ ਗੌੜੀ ਰਾਗ ਵਿੱਚ। ਅਵਰ ਮੂਏ ਕਿਆ ਸੋਗ ਕਰੀਜੈ, ਤੋ ਕੀਜੈ ਜੋ ਆਪਨ ਜੀਜੈ। ਅਵਰ ਦੂਸਰਾ, ਮੂਏ ਮਰ ਜਾਣ ਤੇ, ਕਿਆ ਸੋਗ ਕਰੀਜੈ ਦੂਸਰੇ ਦੀ ਮੌਤ ਤੇ ਕਾਹਦਾ ਸੋਗ ਕਰੀਏ। ਸੋਗ ਤਾਂ ਕਰੀਏ ਜੇ ਆਪ ਸਦਾ ਕਾਇਮ ਰਹਿਣਾ ਹੋਵੇ, ਆਪ ਹਮੇਸ਼ਾ ਲਈ ਰਹਿਣਾ ਹੋਵੇ। ਤਉ ਕੀਜੈ ਜੋ ਆਪਨ ਜੀਜੈ, ਜੇ ਆਪ ਹੀ ਇੱਥੇ ਹਮੇਸ਼ਾ ਲਈ ਨਹੀਂ ਰਹਿਣਾ, ਮਰਨਾ ਮੁੱਲਾ ਮਰਨਾ, ਫਿਰ ਕੀ ਕਰੀਏ। ਵੀ ਕਰਤਾਰੋਂ ਡਰਨਾ, ਉਸ ਕਰਤਾਰ ਦੇ ਹੁਕਮ ਵਿੱਚ ਰਹਿੰਦਿਆਂ, ਉਸ ਕਰਤਾਰ ਦੀ ਰਜ਼ਾ ਵੀ ਤੁਰਦਿਆਂ, ਉਸ ਦੇ ਭਾਣੇ ਨੂੰ ਹੀ ਸੱਤ ਕਰਕੇ ਮੰਨਣਾ ਹੈ। ਸੋਗ ਤਾਂ ਕਰੀਏ ਜੇ ਅਸੀਂ ਇੱਥੇ ਸਦਾ ਕਾਇਮ ਰਹਿਣਾ ਹੋਵੇ। ਮੈਂ ਨਾ ਮਰੂੰ ਮਰਬੋ ਸੰਸਾਰਾ, ਅਬ ਮੋਏ ਮਿਲਿਓ ਹੈ ਜੀਵਨ ਹਾਰਾ। ਇਸ ਲਈ ਕਬੀਰ ਸਾਹਿਬ ਕਹਿੰਦੇ ਨੇ ਕਿ ਜਦੋਂ ਮੈਨੂੰ ਇਹ ਸਮਝ ਆ ਗਈ ਕਿ ਇਹ ਸਰੀਰ ਤਾਂ ਇੱਕ ਨਾ ਇੱਕ ਦਿਨ ਵਿਨਸ ਜਾਣਾ ਹੈ, ਇਹ ਪੈਦਾ ਹੋਇਆ, ਇਹਨੇ ਇੱਕ ਨਾ ਇੱਕ ਦਿਨ ਮੁੱਕ ਜਾਣਾ ਹੈ, ਇਹ ਹਮੇਸ਼ਾ ਲਈ ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਇਸ ਲਈ ਉਦੋਂ ਫਿਰ ਉਸ ਮੌਤ ਤੋਂ ਮਨੁੱਖ ਬਚਣਾ ਸ਼ੁਰੂ ਕਰਦਾ ਹੈ ਜਿਸ ਮੌਤ ਦਾ ਜ਼ਿਕਰ ਅਸੀਂ ਪਹਿਲੇ ਆਰੰਭ ਕਰ ਆਏ ਹਾਂ। ਆਤਮਿਕ ਮੌਤ ਤੇ ਨਹੀਂ ਮਰਦਾ, ਵਿਕਾਰਾਂ ਵਿੱਚ ਇਹ ਜੀਵ ਖੱਚਤ ਨਹੀਂ ਹੁੰਦਾ, ਮੋਹ ਦੇ ਚਿੱਕੜ ਵਿੱਚ ਇਹ ਜੀਵ, ਜਿਸ ਚਿੱਕੜ ਵਿੱਚ ਮਰਬੋ ਸੰਸਾਰਾ, ਸਾਰਾ ਸੰਸਾਰ ਇਸ ਮੋਹ ਦੇ ਚਿੱਕੜ ਵਿੱਚ ਡੁੱਬਿਆ ਪਿਆ। ਕਿਉਂਕਿ ਮੈਨੂੰ ਹੁਣ ਸਮਝ ਆ ਗਈ ਹੈ, ਅਬ ਮੋਹੇ ਮਿਲਿਓ ਹੈ ਜੀਵਨ ਹਾਰਾ, ਹੁਣ ਮੈਨੂੰ ਜੀਵਨ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ, ਉਸ ਦੇ ਹੁਕਮ ਦੀ ਸਮਝ ਆ ਗਈ ਹੈ। ਅਬ ਮੋਹੇ ਮਿਲਿਓ ਹੈ ਜੀਵਨ। ਮੋਹੇ ਦਾ ਅਰਥ, ਇਹ ਸ਼ਬਦ ਗੁਰਬਾਣੀ ਵਿੱਚ 2 ਤਰ੍ਹਾਂ ਦਾ, ਮੋਹ ਦਾ ਅਰਥ ਚਿੱਕੜ ਵੀ ਹੈ, ਪਰ ਇੱਥੇ ਮੋਹੇ ਦਾ ਅਰਥ ਹੈ ਮੈਨੂੰ। ਇੱਥੇ ਮੋਹੇ ਉਚਾਰਨ ਕਰਨ
पर जदों अर्थ मोह इसका चिक्कड़ होवे विकार होवे तां इसका उच्चारण मोह हो जाता है। तो अज दे रहाओ वाले बंद विच भगत कबीर साहब जी कहते हैं, अब मोह मिलियो है जियावन हार है। या देही परमल मैं कंदा तां सुख बिसरे परमानंदा। कबीर साहब कहते हैं कि ਜਿਹੜੇ ਮਨੁੱਖ ਮੋਹ ਦੇ ਚਿੱਕੜ ਵਿੱਚ ਫਸੇ ਰਹਿੰਦੇ ਹਨ ਉਹ ਫਿਰ ਇਸੇ ਸਰੀਰ ਨੂੰ ਹੀ ਹਰ ਸਮੇਂ ਸਵਾਰਦੇ ਰਹਿੰਦੇ ਹਨ। ਇਸ ਸਰੀਰ ਦੇ ਅਭਿਆਸ ਵਿੱਚ ਹੀ ਸਾਰੀ ਜ਼ਿੰਦਗੀ ਖਾਣਾ ਪੀਣਾ ਵਿੱਚ ਹੀ ਸੁਗੰਧੀਆਂ ਮਲ ਮਲ ਕੇ ਸਰੀਰ ਨੂੰ ਸੁੰਦਰ ਬਣਾਉਣ ਵਿੱਚ ਹੀ ਲੱਗੇ ਰਹਿੰਦੇ ਹਨ। ਉਹ ਭੁੱਲ ਹੀ ਜਾਂਦੇ ਹਨ ਕਿ ਜਿਸ ਮਕਸਦ ਵਾਸਤੇ ਉਸ ਪਰਮਾਤਮਾ ਨੇ ਸੁੰਦਰ ਸਰੀਰ ਬਖਸ਼ਿਆ ਉਸ ਪਰਮਾਤਮਾ ਨੂੰ ਵੀ ਕਦੀ ਚੇਤੇ ਕਰਨਾ, ਉਸ ਪਰਮਾਤਮਾ ਨੂੰ ਵੀ ਕਦੀ ਯਾਦ ਰੱਖਣਾ ਜਿਸ ਦੇ ਹੁਕਮ ਵਿੱਚ ਮੈਂ ਸੰਸਾਰ ਵਿੱਚ ਆਇਆ ਹਾਂ। या देही इस देही नूं परमल मैं कंदा, बड़ियां सुगंधी वाले अतर फलेल मल मल के इस नूं महकाउंदा है, इस नूं खुशबाउंदा है, इस नूं सोहना बनाउंदा रहिंदा है। पर ज्यों-ज्यों इस शरीर दे सुखां विच फसदा है तां इस नूं परमात्मा भुलना शुरू हो जांदा है। तां सुख बिसरे परमानंदा कूटा एक पंच पनिहारी। इस शरीर मानो एक खूह की तरह है, पर इस शरीर विचों जिहड़ी सत्ता खिंचण वाले इस देही अंदर पंच चोर वसन काम क्रोध लोभ मोह हंकारा जिहड़ी अमृत लूट है, ये अमृत लुट रहे हैं, इस शरीर की सत्या नूं खत्म कर रहे हैं। ते कबीर साहब भी इहो गल कहंदे हन, कुआटा एक पंच पनिहारी। एक खूह एक है पर ये पंज ज्ञान इंद्रे कर्म इंद्रे इन्हां कर्म इंद्रियां दे पिछे ला के ਜਿਹੜੇ ਸਰੀਰ ਦੇ ਸੁੱਖਾਂ ਦੇ ਵਿੱਚ ਲੱਗ ਕੇ ਤੇ ਵਿਕਾਰਾਂ ਵਿੱਚ ਇਸ ਸਰੀਰ ਨੂੰ ਖਚਿਤ ਕਰ ਰਹੇ ਹਨ। ਇਸ ਦੀ ਮਤ ਰੂਪੀ ਲਾਜ ਜਿਹੜੀ ਹੈ ਉਹ ਟੁੱਟੀ ਹੋਈ ਹੈ। ਟੂਟੀ ਲਾਜ ਪਰੈ ਮਤ ਹਾਰੀ। ਲਾਜ ਜੋ ਸ਼ਬਦ ਹੈ ਇਹ ਲੱਜ ਤੋਂ ਬਣਿਆ, ਇਹ ਜਜੇ ਨੂੰ ਔਂਕੜ ਵਾਲਾ ਹੈ ਇਸਤਰੀ ਲਿੰਗ ਸ਼ਬਦ, ਪਰ ਮੂਲ ਔਂਕੜ ਲੱਗਾ ਹੋਣ ਕਰਕੇ ਸੰਸਕ੍ਰਿਤ ਦੇ ਲੱਜ ਤੋਂ ਲਾਜ ਸ਼ਬਦ ਬਣਿਆ। ਟੂਟੀ ਲਾਜ ਲਾਜ ਇਹ ਜੀਵਨ ਦੀ ਜਿਹੜੀ ਡੋਰ ਹੈ ਜਿਸ ਪਿੱਛੇ ਮਨੁੱਖ ਸਰੀਰ ਨਾਲ ਜੁੜਿਆ ਹੋਇਆ, ਪਰ ਹੈ ਮਤ ਹਾਰੀ। ਇਸ ਦੀ ਮਤ ਥੋੜੀ ਹੈ, ਇਸ ਦੀ ਅਕਲ ਨਹੀਂ ਹੈ, ਇਸ ਨੂੰ ਸਮਝ ਨਹੀਂ ਹੈ ਮਨੁੱਖ ਨੂੰ, ਤੇ ਇਹ ਐਵੇਂ ਇਸ ਸਰੀਰ ਦੀ ਸੱਤਿਆ ਨੂੰ ਗਵਾ ਰਿਹਾ ਵਿਕਾਰਾਂ ਵਿੱਚ ਲੱਗ ਕੇ। ਆਖਰੀ ਬੰਦ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਕਹੋ ਕਬੀਰ ਇੱਕ ਬੁੱਧ ਵਿਚਾਰੀ नाओ कुआटा ना पनहारी। कबीर आख कि जदों गुरु दा ज्ञान साडी समझ आउंदा है, जदों गुरु दी मत राहीं असीं एक सच्चाई नूं समझदे हां, इस ज्ञान दी विचार नूं असीं समझण लग पैंदे हां। कहो कबीर एक बुद्ध विचारी ना फिर एक कूटा एक खूह मोह दे चिक्कड़ विच फसदा, ना पनिहारी ना ये पंज जिहड़े कर्म इंद्र ने ਜਿਹੜੇ ਇਸ ਨੂੰ ਦੇਹ ਅਧਿਆਸ ਵਿੱਚ ਲਗਾਈ ਰੱਖਦੇ ਨੇ, ਇਸ ਸਰੀਰਕ ਸੁੱਖਾਂ ਪਿੱਛੇ ਲਾਈ ਰੱਖਦੇ ਨੇ, ਉਹਨਾਂ ਦੇ ਰਾਹ ਵੀ ਜੀਵਨ ਦਾ ਬਦਲ ਜਾਂਦਾ ਹੈ। ਉਹ ਵਿਕਾਰਾਂ ਤੋਂ ਬਚ ਕੇ ਅਸਲ ਮਾਰਗ ਤੇ ਤੁਰ ਪੈਂਦੇ ਹਨ। ਇਹ ਕਰਮ ਇੰਦਰੇ ਫਿਰ ਇਸ ਸਰੀਰ ਨੂੰ ਚਲਾਉਂਦੇ ਤਾਂ ਹਨ, ਹਸਾਉਂਦੇ ਵੀ ਹਨ, ਖਿਡਾਉਂਦੇ ਵੀ ਹਨ, ਖੁਆਉਂਦੇ ਵੀ ਹਨ, ਹਸੰਦਿਆਂ ਖਿਲਾਉਂਦਿਆਂ ਖਵਾਉਂਦਿਆਂ ਪਹਿਨਾਉਂਦਿਆਂ ਵਿੱਚ ਇਹ ਹੋਇਆ ਮੁਕਤ। ਇਹਦੇ ਵਿੱਚ ਹੀ ਮੁਕਤੀ ਦਾ ਰਾਹ ਅਪਣਾ ਲੈਂਦੇ ਹਨ। ਸਤਿਗੁਰੂ ਬਖਸ਼ਿਸ਼ ਕਰਨ ਅਸੀਂ ਜੀਵਨ ਦੀ ਸੱਚਾਈ ਨੂੰ ਸਮਝ ਕੇ ਜੀਉਣਾ ਸ਼ੁਰੂ ਕਰੀਏ। ਜਿਉਂ-ਜਿਉਂ ਗੁਰਬਾਣੀ ਪੜ੍ਹ ਕੇ, ਜਿਉਂ-ਜਿਉਂ ਗੁਰਬਾਣੀ ਨੂੰ ਸਮਝ ਕੇ, ਇਸ ਦੇਹ ਅਧਿਆਸ ਤੋਂ ਉੱਪਰ ਉੱਠ ਕੇ ਇਸ ਦੇਹੀ ਦੇ ਸੁੱਖਾਂ ਨੂੰ ਹੀ ਸੁੱਖ ਸਮਝ ਕੇ ਅਸੀਂ ਆਪਣੇ ਅਸਲ ਮਕਸਦ ਨੂੰ ਭੁੱਲ ਜਾਂਦੇ ਹਾਂ। ਉਦੋਂ ਇਹ ਭੁਲੇਖਾ ਖਾ ਜਾਂਦੇ ਹਾਂ ਕਿ ਜੀਵਨ ਸਿਰਫ ਸਰੀਰਕ ਜੀਵਨ ਹੈ, ਨਹੀਂ ਸਗੋਂ ਆਤਮਿਕ ਜੀਵਨ ਜਿਉਣਾ ਹੀ ਅਸਲ ਜੀਵਨ ਹੈ। ਸਫਲ ਜੀਵਨ ਉਹੀ ਹੈ ਜਿਸ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਮਾਰੂ ਰਾਗ ਵਿੱਚ ਸਮਝਾਇਆ ਸੀ, ਜੀਵਨ ਸਫਲ ਜੀਵਨ ਸੁਣ ਹਰ ਜਪ ਜਪ ਸਦ ਜੀਵਨ। ਅਸਲ ਵਿੱਚ ਜੀਵਨ ਹੈ ਹਮੇਸ਼ਾ ਪ੍ਰਮਾਤਮਾ ਨੂੰ ਚੇਤੇ ਰੱਖਣਾ। ਚੇਤਨਾ ਹੈ ਤੋ ਚੇਤ ਲੈ ਨਿਸ਼ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਵਿਹਾਤ ਹੈ ਫੂਟੈ ਘਟ ਜੋ ਪਾਣੀ। ਇਹ ਸਰੀਰ ਨੇ ਇੱਕ ਨਾ ਇੱਕ ਦਿਨ ਤੱਕ ਤੁਰ ਹੀ ਜਾਣਾ। ਇਸ ਲਈ ਇਸ ਜੀਵਨ ਦੇ ਅੰਦਰ ਰਹਿੰਦੇ ਆ ਜਿੰਨਾ ਵੀ ਸਮਾਂ ਉਸ ਪ੍ਰਮਾਤਮਾ ਦੀ ਯਾਦ ਵੀ ਬੀਤ ਜਾਏ, ਜਿੰਨਾ ਹੀ ਪਰਮੇਸ਼ਰ ਦੀ ਯਾਦ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਸਕੀਏ, ਉਹਦੇ ਨਾਲ ਹੀ ਜੀਵਨ ਸਫਲ ਹੋ ਸਕਦਾ ਹੈ। ਇਹ ਲੋਕ ਵੀ ਸੁਖੀ ਪਰ ਲੋਕ ਵੀ ਸੁਹੇਲੇ ਹੋ ਜਾਂਦੇ ਹਨ। ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਦੀ ਖਿਮਾ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।